ਲੜਾਈ ਕਿਹਦੀ ਹੈ? ਲੈ ਲਓ ਇਹ ਹੈਂ? 25,000 ਚਿਰਾਗ ਬੁਝ ਗਏ ਅੱਤਵਾਦੀਆਂ ਦੀ ਗੋਲੀ ਨਾਲ। 50,000 ਚੁੱਲ੍ਹਿਆਂ ਵਿੱਚ ਘਾਹ ਉੱਗ ਗਏ ਆ ਅੱਤਵਾਦ ਦੇ ਦੌਰਾਨ। ਅੱਧੇ ਮਰਨ ਵਾਲੇ ਸਟੇਟ ਦੇ ਰਿਪਰੈਸ਼ਨ ਦੇ ਨਾਲ ਮਰੇ, ਅੱਧੇ ਅੱਤਵਾਦ ਦਾ ਸ਼ਿਕਾਰ ਹੋਏ। ਪਰ ਇਹ ਕਾਂਗਰਸ ਦੀ ਸਰਕਾਰ ਆਪਣੀਆਂ ਪੁਰਾਣੀਆਂ ਆਦਤਾਂ ਛੱਡਦੀ ਨਹੀਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਆਈ ਤੇ ਸ਼੍ਰੋਮਣੀ ਕਮੇਟੀ ਦੇ ਜਦ ਵੀ ਇਲੈਕਸ਼ਨ ਨੇੜੇ ਹੁੰਦੀ ਹੈ, ਕਾਂਗਰਸ ਆਪਣੇ ਦਲਾਲਾਂ ਰਾਹੀਂ ਅਖੌਤੀ ਪੰਥਕ ਜਥੇਬੰਦੀਆਂ ਨੂੰ ਅੱਗੇ ਕਰਕੇ ਅਕਾਲੀ ਦਲ ਨੂੰ ਠਿੱਪੀ ਦੇਣ ਦੀ ਸੋਚਦੀ ਹੈ, ਜਿਹੜੀ ਗੱਲ ਵਿੱਚ ਉਹ ਕਾਮਯਾਬ ਨਹੀਂ ਹੋ ਸਕੂਗੀ। ਬੜਾ ਅਫਸੋਸ ਹੈ ਕਿ 1920 ਦੀ ਬਣੀ ਹੋਈ ਜਥੇਬੰਦੀ 1925 ਵਿੱਚ ਜਿਹਨੂੰ ਕਾਨੂੰਨੀ ਮਾਨਤਾ ਮਿਲੀ, ਉਹਦੇ ਗੇਟਾਂ ਨੂੰ ਵੀ ਤਾਲੇ ਲਵਾਉਣ ਤੱਕ ਗਈ ਹੈ ਕਾਂਗਰਸ ਦੀ ਸਰਕਾਰ। ਇਹ ਕਾਂਗਰਸ ਦੀ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਾਰਨ ਕਰਦਾ ਹੈ ਕਿ ਇਹਦੇ ਜੋ ਵੀ ਸਿੱਟੇ ਨਿਕਲਣਗੇ ਉਹ ਸਰਕਾਰ ਕਾਂਗਰਸ ਨੂੰ ਭੁਗਤਣੇ ਪੈਣਗੇ। ਜਿਹੜੇ ਲੋਕਾਂ ਨੇ ਉਹਨਾਂ ਨੂੰ ਜਿੰਦੇ ਲਾਉਣੋਂ ਰੋਕਿਆ, ਉਹਨਾਂ ਤੇ ਕਾਤਲਾਨਾ ਹਮਲਾ ਕੀਤਾ ਗਿਆ, ਬੁਰੀ ਤਰ੍ਹਾਂ ਜ਼ਖਮੀ ਕੀਤੇ ਗਏ ਤੇ ਪਰਚਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਮੁਲਾਜ਼ਮਾਂ ਤੇ ਵੀ ਬਰਾਬਰ ਦਾ ਕਰ ਦਿੱਤਾ। ਕਿੱਥੋਂ ਦਾ ਇਨਸਾਫ ਹੈ ਇਹ ਸਮਝਦਾ ਕਿ ਪਰਚਿਆਂ ਨਾਲ ਅਕਾਲੀ ਦਲ ਨੂੰ ਦੜਾ ਲੈਣਗੇ। ਇਹ ਤੇ ਪਰਚਿਆਂ ਕਰਕੇ ਸ਼੍ਰੋਮਣੀ ਕਮੇਟੀ ਤੇ ਕਾਂਗਰਸ ਦੇ ਦਲਾਲਾਂ ਦਾ ਕਬਜ਼ਾ ਹੋ ਜੂ। ਪੰਥ ਇਸ ਗੱਲ ਨੂੰ ਕਦੇ ਪ੍ਰਵਾਨ ਨਹੀਂ ਕਰੂਗਾ। ਪੰਥ ਨੇ ਹਮੇਸ਼ਾ ਇਹ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹੈ। ਤਾਂ ਮੈਂ ਕਾਂਗਰਸ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੰਦਾ ਤੇ ਇਹ ਉਹਨਾਂ ਤੋਂ ਮੰਗ ਵੀ ਕਰਦਾ ਕਿ ਇਹ ਤੁਹਾਡੋਂ ਪਹਿਲੇ ਵਾਲੀਆਂ ਕਾਂਗਰਸ ਦੇ ਬਹੁਤ ਲੀਡਰਾਂ ਨੇ ਇਹ ਕੋਸ਼ਿਸ਼ਾਂ, ਬਹੁਤ ਅਥਾਹ ਕੋਸ਼ਿਸ਼ਾਂ ਕਰਕੇ ਦੇਖ ਲਈਆਂ, ਇਹਦੇ ਵਿੱਚੋਂ ਕਦੇ ਕਾਮਯਾਬ ਨਹੀਂ ਹੋਏ। ਭਾਵੇਂ ਕੈਰੋ ਸਾਹਿਬ ਦਾ ਰਾਜ ਸੀ, ਭਾਵੇਂ ਗਿਆਨੀ ਜੀ ਦਾ ਰਾਜ ਸੀ, ਹਰ ਵੇਲੇ ਚੋਣ ਦੀਆਂ ਇਲੈਕਸ਼ਨਾਂ ਵਿੱਚ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਸ਼ਕਤੀ ਨੂੰ ਖੜਾ ਕਰਕੇ ਅਕਾਲੀ ਦਲ ਨੂੰ ਠਿੱਪੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦਾ ਇਹਨਾਂ ਨੂੰ ਹਮੇਸ਼ਾ ਨਤੀਜਾ ਭੁਗਤਣਾ ਪਿਆ। ਤੇ ਹੁਣ ਅਕਾਲੀ ਦਲ ਨੇ ਇਹ ਲੜਾਈ ਵੀ ਲੜਨ ਦਾ ਮਨ ਬਣਾ ਲਿਆ ਕਿ ਕਿਸੇ ਤਰ੍ਹਾਂ ਵੀ ਗੈਰ ਪੰਥਕ ਜਥੇਬੰਦੀਆਂ ਨੂੰ, ਕਾਂਗਰਸ ਦੇ ਦਲਾਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਗੈਰ ਢੰਗ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਊ। ਮੁੜ ਕੇ ਮਹੰਤ ਨਰੈਣੂ ਦੀ ਰੂਹ ਵਾਲੇ ਬੰਦੇ ਆ ਜਿਹੜੇ, ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ। ਤੇ ਅਕਾਲੀ ਦਲ ਨੇ 4 ਤਰੀਕ ਨੂੰ 4 ਨਵੰਬਰ ਇੱਕ ਜਿਹਦੇ ਚ ਡੇਟ 4 ਦੀ ਜਗ੍ਹਾ ਤੇ ਨਹੀਂ 4 ਹੀ ਰੱਖੋ ਜੀ, ਮੈਂ ਬਿਕਰ ਹੋਣਾ ਗੱਲ ਨਹੀਂ ਮੇਰੀ ਪਤਾ ਉਹ ਮੈਨੂੰ ਦੱਸਤਾ ਜੀ ਸਰ। ਤੁਸੀਂ ਹਾਂਜੀ ਉਹ ਦੱਸਤਾ ਹੋ ਗਿਆ। 4 ਤਰੀਕ ਨੂੰ 11 ਵਜੇ ਤਾਂ ਜਿਹੜਾ ਭਾਰਤ ਭੂਸ਼ਣ ਆਸ਼ੂ ਆ ਉਹਦੇ ਘਰ ਅੱਗੇ ਧਰਨਾ ਦੇਣਾ ਅਕਾਲੀ ਦਲ ਨੇ। ਪੀਸਫੁਲ ਧਰਨਾ ਹੋਊਗਾ। ਮੰਗ ਇਹੀ ਹੈ ਕਿ ਮਾਸਟਰ ਜਾਂ ਵਜ਼ੀਰੀ ਤੋਂ ਅਸਤੀਫਾ ਦੇ ਦੇਣੀ, ਅਕਾਲੀ ਦਲ ਮਜਬੂਰ ਕਰ ਦੂ, ਹਾਲਾਤ ਪੈਦਾ ਕਰ ਦੂ। ਅਕਾਲੀ ਦਲ ਪੀਸਫੁਲ ਸਟਰਗਲ ਦਾ ਹਮੇਸ਼ਾ ਹਮਾਇਤੀ ਹੈ। ਹਰ ਡੈਮੋਕ੍ਰੈਟਿਕ ਹਥਿਆਰ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਇਹ ਲਾਜ਼ਮ ਕਰ ਦੂ, ਪੰਜਾਬ ਦੇ ਤੇ ਲੁਧਿਆਣੇ ਦੇ ਲੋਕਾਂ ਨੂੰ ਇਹ ਦੱਸ ਦੂਗਾ ਕਿ ਇਹ ਜਿਹੜਾ ਆਪਣੇ ਆਪ ਨੂੰ ਅਮਨ ਦਾ ਹਿੰਦੂ ਸਿੱਖ ਭਾਈਚਾਰੇ ਦਾ ਮਸੀਹਾ ਕਹਾਉਂਦਾ ਕਿ ਅਸਲੀ ਇਹਦਾ ਚਿਹਰਾ ਕੀ ਹੈ। ਉਹਦੇ ਲਈ 4 ਤਰੀਕ ਨੂੰ 11 ਵਜੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਰੱਖਿਆ ਹੋਇਆ ਹੈਗਾ। ਤੇ 2 ਤਰੀਕ ਨੂੰ ਸਾਡਾ ਧਰਨਾ ਨਾਭੇ ਹੈ। ਧਰਮਸੋਤ ਜੀ ਜਿਹੜੇ 68 ਕਰੋੜ ਰੁਪਇਆ ਗਰੀਬ ਹਰੀਜਨਾਂ ਦਾ ਵਿਚਾਰੇ ਖਾ ਕੇ ਹਲੇ ਢਕਾਰ ਨਹੀਂ ਮਾਰਿਆ। ਤੇ ਧੰਨਵਾਦ ਕੈਪਟਨ ਸਾਹਿਬ ਦੇ ਜਿਨ੍ਹਾਂ ਨੇ ਕਲੀਨ ਚਿੱਟ ਡਾਇਰੀ ਰੱਖੀ ਹੋਈ ਹੈ। ਤੇ ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ SSP ਦੀ ਕੀਤੀ ਹੋਈ ਤਫਤੀਸ਼ ਤੋਂ ਬਾਅਦ ਥਾਣੇਦਾਰ ਫੈਸਲਾ ਦੇ ਰਿਹਾ ਕਿ ਧਰਮਸੋਤ ਬੇਗੁਨਾਹ। ਐਡੀਸ਼ਨਲ ਚੀਫ ਸੈਕਟਰੀ ਸਰੋਜ, ਜਿਹੜਾ ਉਹਨਾਂ ਦੇ ਮਹਿਕਮੇ ਦਾ ਹੀ ਐਡੀਸ਼ਨਲ ਚੀਫ ਸੈਕਟਰੀ ਹੈ, ਉਹ ਆਪਣੇ ਸੈਲਫ ਐਕਸਪਲੇਨੇਟਰੀ ਇਨਕੁਆਇਰੀ ਵਿੱਚ 750 ਦੀ ਰਿਪੋਰਟ ਵਿੱਚ 68 ਕਰੋੜ ਦਾ ਗਬਨ ਦੇ ਰਿਹਾ। ਦੇਖੋ ਕਿੰਨਾ ਉਹਦੀ ਡਿਟੇਲਡ ਰਿਪੋਰਟ ਸੀ ਕਿ ਜਿਹੜੀ ਕਮੇਟੀ ਉਹਨੂੰ ਫੇਵਰ ਕਰਨ ਲਈ ਵੀ ਬਣਾਈ, ਉਹ ਕਲੀਨ ਚਿੱਟ ਦਿੰਦਿਆਂ ਸਾਧੂ ਦਾ ਨਾਂ ਤਾਂ ਕੱਢ ਗਈ, ਪਰ 7.5 ਕਰੋੜ ਦਾ ਗਬਨ ਫੇਰ ਵੀ ਕਹਿ ਗਈ। ਜੇ 7.5 ਕਰੋੜ ਦਾ ਵੀ ਗਬਨ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ ਕਿ ਗਬਨ ਇੱਕ ਪੈਸੇ ਦਾ ਹੋਵੇ ਉਹ ਵੀ ਉਹਨਾਂ ਸੀਰੀਅਸ ਹੈ, ਤੇ ਗਬਨ ਇੱਕ 100 ਕਰੋੜ ਦਾ ਹੋਵੇ ਉਹ ਵੀ ਉਹਨਾਂ ਸੀਰੀਅਸ ਹੈ
ਕਿਉਂਕਿ ਗਵਨ ਹੁੰਦਾ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਹ ਸਕੈਮਾਂ ਦੀ ਸਰਕਾਰ, ਇਹ ਸਕੈਮਾਂ ਵਾਲੇ ਮੰਤਰੀਆਂ ਦਾ ਪਰਦਾ ਫਾਸ਼ ਕਰੂਗੀ ਤੇ ਇਹਨਾਂ ਦਾ ਸੜਕਾਂ ਤੇ ਬੜੇ ਹੀ ਡੈਮੋਕ੍ਰੈਟਿਕ ਢੰਗ ਨਾਲ ਨਿਕਲਣਾ ਰੋਕੂਗੀ, ਲੋਕ ਰਾਏ ਪੈਦਾ ਕਰਕੇ। ਅੱਛਾ ਜੀ, ਤੁਹਾਡਾ ਜਿਹੜਾ ਆਪਣੇ ਹਾਂਜੀ ਵੀ ਜਿਹੜੇ ਪੱਪੂ ਦੇ ਆਉਣ ਦਾ ਮਾਮਲਾ ਸੀਗਾ ਜਾਂ ਜਿਹੜੀ ਉੱਥੇ ਪੈਸੇ ਮੰਗਿਆ ਡੀਐਮ ਨੇ, ਇਹਨੂੰ ਕਾਫੀ ਦਿਨ ਹੋ ਗਏ ਨੇ, ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਉਸ ਤੋਂ ਬਾਅਦ ਆਪਣਾ ਸੈਸ਼ਨ ਵੀ ਆਇਆ ਜੀ, ਵੀਡੀਓ ਵਾਇਰਲ ਹੋਈ। ਤੁਸੀਂ ਉੱਥੇ ਵਿਧਾਨ ਸਭਾ 'ਚ ਆਪਾਂ ਸਾਧੂ ਵਾਲਾ ਮਾਮਲਾ ਤਾਂ ਕਾਫੀ ਉਠਾਇਆ, ਇਹ ਉਸ ਤੋਂ ਬਾਅਦ ਵਾਇਰਲ ਹੋਈ ਹੈ। 4 ਅਕਤੂਬਰ ਨੂੰ ਦੀ ਵੀਡੀਓ ਹੈ, ਇਹ ਸੈਸ਼ਨ ਤੋਂ ਬਾਅਦ ਹੋਈ ਹੈ ਵਾਇਰਲ। ਤੇ ਦੂਸਰੀ ਗੱਲ ਜਿਹੜੀ ਤੁਹਾਨੂੰ ਦੱਸਣੀ ਚਾਹੁੰਦੇ ਆ ਕਿ ਇਹ ਅੱਜ ਜਿਹੜੀ ਇਸ ਇਸ਼ੂ ਨੂੰ ਲਿਆ ਹੈਗਾ, ਇਹ ਜਿਹੜਾ ਮੰਤਰੀ ਜੀ ਨੇ ਪਰਸੋਂ ਇੱਕ ਇਲੈਕਟ੍ਰੋਨਿਕ ਮੀਡੀਆ ਤੇ ਇੰਟਰਵਿਊ ਦੇ ਕੇ ਆਪਣੇ ਆਪ ਨੂੰ ਇਹ ਦੱਸਣਾ ਚਾਹਿਆ, ਕਹਿੰਦਾ ਮੈਂ ਸਾਫ਼ ਸੁਥਰਾ, ਤਾਂ ਹੀ ਮੈਂ ਉਹਨੂੰ ਸਸਪੈਂਡ ਕਰਤਾ। ਕਿ ਤੂੰ ਸਸਪੈਂਡ ਤਾਂ ਮਦਈ ਨੂੰ ਕਰੀ ਜਾਂਦਾ, ਜਿਹੜਾ ਰੌਲਾ ਪਾਉਂਦਾ ਕਿ ਮੰਤਰੀ ਪੈਸੇ ਮੰਗਦਾ, ਤੈਨੂੰ ਕੀ ਹੱਕ ਹੈ ਸਸਪੈਂਡ ਕਰਨ ਦਾ? ਪਹਿਲਾਂ ਤਾਂ ਲੋਕ ਪੁੱਛਦੇ ਨੇ ਤੈਨੂੰ ਕਿ ਜਿਹੜੇ ਪੈਸੇ ਉਹ ਕਹਿੰਦਾ ਤੈਨੂੰ ਆਉਣੇ ਕਿੰਨੇ ਆਏ, ਤੂੰ ਦੱਸ। ਕਹਿੰਦਾ ਮੈਂ ਉਹਨੂੰ ਕੱਢ ਕੇ ਹਟੂਗਾ ਕਿ ਉਹਨੇ ਰੌਲਾ ਕਿਉਂ ਪਾਤਾ। ਫਿਰ ਉਹਨੂੰ ਪੁੱਛਿਆ ਉਹ ਇੰਟਰਵਿਊ ਕਰਨ ਵਾਲੇ ਨੇ, ਕਹਿੰਦਾ ਉਹ ਤੁਹਾਡਾ ਤਾਂ ਡੀਐਮ, ਉਹਨੂੰ ਪੱਪੂ ਕਹਿੰਦਾ ਤੁਹਾਡਾ ਪ੍ਰਧਾਨ ਹੈ। ਕਹਿੰਦੇ ਆਪਣੀ ਮਾਨਸਿਕਤਾ ਸੋਚ ਹੁੰਦੀ ਹੈ, ਮੈਂ ਕੀ ਕਹਿ ਸਕਦਾ ਹੈਗਾ। ਅਸੀਂ ਕਰਦੇ ਨੇ, ਅਕਾਲੀ ਦਲ ਸੇਵਾ ਕਰਦਾ। ਹਾਂ, ਇਹਦੀ ਸ਼ਬਦਾਵਲੀ ਜਾਂ ਸ਼੍ਰੋਮਣੀ ਕਮੇਟੀ ਲਈ ਵਰਤੋ, ਸੇਵਾ ਵਰਤੋ ਪਲੀਜ਼। ਆਪਣੇ ਸਹਿਯੋਗ ਮੌਕੇ ਵੀ ਤਾਂ ਸੀਗੇ ਜੀ, ਇਹ ਬੰਦੇ ਨੇ ਬੜੇ ਬੰਦੇ ਕੁੱਟੇ ਉਦੋਂ ਜਦੋਂ ਆਪਣੀ ਸਰਕਾਰ ਸੀਗੀ, ਉਦੋਂ ਸਰਕਾਰ ਕਮੇਟੀ ਨੇ। ਅਸੀਂ ਤਾਂ ਕਾਨੂੰਨ ਮੁਤਾਬਕ ਕਾਰਵਾਈ ਹਮੇਸ਼ਾ ਕਰਦੇ ਰਹੇ ਹਾਂ, ਕਦੇ ਸੌਫਟ ਕਾਰਨਰ ਨਹੀਂ। ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੂ, ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੂ, ਉਹਨੂੰ ਕਾਨੂੰਨ ਆਪਣੇ ਦਾਇਰੇ 'ਚ ਲਊਗਾ। ਇੱਕ ਤਾਂ ਅਸੀਂ ਥੋੜੇ ਦਿਨ ਹੋਏ ਪਹਿਲਾਂ ਕੱਲ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ MD ਪੰਸਬ ਪਟਿਆਲਾ ਤੇ ਕਾੜਤੀਏ ਪਟਿਆਲੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਸੀ ਕਿ ਕਿਵੇਂ ਮੰਤਰੀ ਦਾ ਤੇ MD ਪੰਸਬ ਦੇ ਹਿੱਸੇ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਅੱਜ ਜਿਹੜੀ ਗੱਲ ਆ ਉਹ ਦੁਬਾਰਾ ਜਿਹੜੀ ਹੋ ਚੁੱਕੀ, ਉਹ ਰਿਪੀਟ ਨਹੀਂ ਕਰਨੀ। ਅੱਜ ਅਸੀਂ ਗੱਲ ਇੱਥੋਂ ਤੋਰਨੀ ਆ ਕਿ ਮੰਤਰੀ ਜੀ ਨੇ ਕੱਲ ਇਲੈਕਟ੍ਰੋਨਿਕ ਮੀਡੀਆ ਤੇ ਇੱਕ ਇੰਟਰਵਿਊ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਤਾਂ ਇਹ ਜਦ ਜਿਹੜੀ ਵਾਇਰਲ ਹੋਈ ਹੈ, ਵਾਇਰਲ ਹੋਣ ਤੋਂ ਪਹਿਲਾਂ ਹੀ ਉਹ DM ਸਸਪੈਂਡ ਕਰਤਾ। ਹੁਣ ਅਕਾਲੀ ਦਲ ਦਾ ਮੰਤਰੀ ਜੀ ਨੂੰ ਪਹਿਲਾ ਸਿੱਧਾ ਸਵਾਲ ਹੈ ਕਿ DM ਸਸਪੈਂਡ ਕਿਉਂ ਕਰਤਾ? DM ਤਾਂ ਇਹ ਕਹਿ ਰਿਹਾ ਹੈ ਕਿ ਮੰਤਰੀ ਤੇ MD ਪੈਸੇ ਮੰਗਦੇ ਨੇ, ਉਹਨਾਂ ਦਾ ਹਿੱਸਾ ਉਹਨਾਂ ਨੂੰ ਪਹਿਲਾਂ ਦੇਣਾ ਹੈ। ਤੇ ਪਹਿਲਾਂ ਦੇਣ ਲਈ ਲੋੜ ਕਿਉਂ ਹੈ ਕਿ ਪੱਪੂ ਨੇ ਆਉਣਾ ਇੱਕ ਥਾਂ, ਉਹਨੇ ਕਿਹਾ, ਦੂਜੀ ਥਾਂ ਉਹਨੇ ਕਿਹਾ 6 ਤਰੀਕ ਨੂੰ ਰਾਹੁਲ ਨੇ ਆਉਣਾ, ਉਦੋਂ ਪਹਿਲਾਂ ਪਹੁੰਚਦੇ ਕਰਨੇ ਨੇ। ਹੁਣ ਸਵਾਲ ਇਹ ਹੈ ਕਿ DM ਸਸਪੈਂਡ ਕਰਨ ਨਾਲ ਜਿਹੜੇ ਪੈਸੇ ਮੰਤਰੀ ਨੂੰ ਆਉਣੇ ਆ ਤੇ MD ਨੂੰ ਆਉਣੇ ਆ, ਉਹ ਕੌਣ ਕੱਢੂਗਾ ਖੋਜ? ਚਾਹੀਦਾ ਤਾਂ ਇਹ ਸੀਗਾ ਕਿ DM ਨੂੰ ਬੁਲਾ ਕੇ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਉਂਦੇ ਤੇ ਮੰਤਰੀ ਜੀ ਦੀ ਇਨਕੁਆਇਰੀ ਹੁੰਦੀ ਤੇ ਕੇਸ CBI ਨੂੰ ਜਾਂਦਾ। ਕਿਉਂਕਿ ਇਹ ਜਿਹੜਾ ਪੈਸਾ ਖਾਧਾ ਜਾ ਰਿਹਾ, ਪੈਸਾ ਸੈਂਟਰ ਸਰਕਾਰ ਦਾ ਕੈਸ਼ ਕ੍ਰੈਡਿਟ ਲਿਮਿਟ ਦਾ, ਜਿਹੜੀ 30,000 ਕਰੋੜ ਆਈ ਸੀ, ਜਿਹੜੀ ਹੁਣ ਵਧਾ ਕੇ 35,500 ਕਰੋੜ ਕੀਤੀ ਹੈ। ਇਸੇ ਚੈਟ ਵਿੱਚ ਜਿਹੜੀ ਗੱਲ ਆਈ ਕਿ 17 ਟਰੱਕ RG ਦੇ ਸ਼ੈਲਰ ਤੇ ਲੈ ਗਏ ਤੇ ਉਸ ਤੋਂ ਬਾਅਦ ਕਿਹਾ ਕਿ ਜਿਹੜੇ ਲਾਲ ਸਿੰਘ ਦੇ ਸ਼ੈਲਰ ਤੇ ਰਹੇ ਉਹਨਾਂ ਦਾ ਅਸੀਂ ਹਿਸਾਬ ਨਹੀਂ ਰੱਖ ਸਕਦੇ, ਉਹ ਤੁਹਾਨੂੰ ਦੇਖਣਾ ਪਊਗਾ। ਉਹ ਚੈਟ ਵਿੱਚ ਕਲੀਅਰ ਲਿਖਿਆ ਹੋਇਆ ਹੈ ਕਿ ਜਿਹੜਾ ਮਾਲ ਲਾਲ ਸਿੰਘ ਦੇ ਸ਼ੈਲਰ ਵਿੱਚ, ਆ ਲਓ, ਘਨੌਰ ਵਿੱਚ ਲਾਲ ਸਿੰਘ ਦੇ ਸ਼ੈਲਰ ਦੀ ਕਲੈਕਸ਼ਨ ਦੀ ਕੋਈ ਜ਼ਿੰਮੇਵਾਰੀ ਨਹੀਂ, ਉਹਨਾਂ ਦੇ ਸ਼ੈਲਰ ਵਿੱਚ ਆਲਰੇਡੀ ਬਿਹਾਰ ਵਾਲੀ ਪੈਡੀ ਆ ਗਈ ਹੈ। ਕਿਹਨੇ ਕਿਹਾ? ਇਹ ਜਿਹੜਾ DM ਨੂੰ ਕਹਿ ਰਿਹਾ ਹੈਗਾ, ਜਿਹੜਾ ਆੜਤੀਆ ਹੈਗਾ ਨਿਊ ਪਟਿਆਲੇ ਦਾ। ਉਦੋਂ ਬਾਅਦ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹ ਕਹਿੰਦਾ ਕਿ 17 ਟਰੱਕ ਬਿਹਾਰ ਵਾਲੇ ਇਹ ਆਲਰੇਡੀ RG ਜਿਹੜਾ ਸ਼ੈਲਰ ਹੈ ਉਹਦੇ ਵਿੱਚ ਉਤਰ ਚੁੱਕੇ ਨੇ। ਫਿਰ ਉਦੋਂ ਬਾਅਦ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ, ਫੀਸ ਨਾਲ ਸਭ ਕੋਆਪਰੇਟ ਕਰਨਗੇ। ਤੁਸੀਂ ਜਿਹੜਾ ਮੰਤਰੀ ਜੀ ਨੇ ਨਾਮ ਤੇ ਬੋਲੀ ਲਿਖੋ, ਕੋਈ ਇੰਸਪੈਕਟਰ ਮਨਾ ਨਹੀਂ ਕਰਦਾ, ਤਾਂ ਮੈਨੂੰ ਦੱਸੋ ਮਿਨਿਸਟਰ ਤੇ MD ਵਾਲੀ ਫੀਸ ਪਹਿਲਾਂ ਕਰ ਦਿਓ, ਫੁੱਲ ਕੋਆਪਰੇਸ਼ਨ ਹੋਏਗੀ, ਕੋਈ ਇੰਸਪੈਕਟਰ ਮੋਇਸਚਰ ਮੀਟਰ ਨਹੀਂ ਲਾਵੇਗਾ।
ਹੁਣ ਸਾਡਾ ਸਵਾਲ ਸਿਰਫ ਮੰਤਰੀ ਜੀ ਨੂੰ ਇੰਨਾ ਹੈ ਕਿ ਡਾਇਰੈਕਟ ਤੁਹਾਡੇ ਤੇ ਕਰਪਸ਼ਨ ਦੇ ਚਾਰजेस ਨੇ। ਤੁਸੀਂ ਮਹਿਕਮੇ ਦੇ ਮੰਤਰੀ ਹੋ। ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਵਿੱਚ ਇਹ ਆ ਚੁੱਕਾ ਕਿ ਹਜ਼ਾਰਾਂ ਟਰੱਕ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ 1000 ਰੁਪਏ ਤੇ 1100 ਰੁਪਏ ਖਰੀਦ ਕੇ ਪੰਜਾਬ 'ਚ ਆ ਗਏ ਨੇ, ਜਿਹੜੇ ਕਾਂਗਰਸ ਲੀਡਰਾਂ ਦੇ ਵੱਖ-ਵੱਖ ਸ਼ੈਲਰਾਂ 'ਚ ਲੱਗੇ ਆ। ਜਿਹੜੇ ਤੁਹਾਡੇ ਸਾਹਮਣੇ ਅੰਮ੍ਰਿਤਸਰ ਟਰੱਕ ਰੋਕੇ ਗਏ ਜੰਡਿਆਲੇ ਗੁਰੂ ਦੇ ਕੋਲ, ਉਹਨਾਂ ਨੇ ਕਿਹਾ ਓਪੀ ਸੋਨੀ ਦੇ ਸ਼ੈਲਰ 'ਚ ਜਾਣੇ ਆ। ਫਿਰ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਕੰਬੋਜ ਸਾਹਿਬ ਆ, ਜੇ ਕੋਈ ਦਿੱਕਤ ਆਵੇ MLA ਰਾਜਪੁਰੇ ਨੂੰ ਮਿਲਿਆ ਜਾਵੇ ਇਸ ਸਾਈਡ ਵਿੱਚ। ਹੁਣ ਇਸ ਗੱਲ ਤੋਂ ਬਾਅਦ ਸਿੱਧਾ ਸਵਾਲ ਇਸ ਗੱਲ ਦਾ ਉੱਠਦਾ ਕਿ ਮੰਤਰੀ ਜੀ DM ਸਸਪੈਂਡ ਹੋ ਕੇ ਗੱਲ ਨਹੀਂ ਮੁੱਕਣੀ। DM ਨੂੰ ਨੌਕਰੀ ਕੱਢ ਕੇ ਤਾਂ ਤੁਸੀਂ ਮੁੱਦਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋ। ਹੁਣ ਤਾਂ ਮੁੱਦਈ ਬਣੂਗਾ ਕਿ ਮੰਤਰੀ ਨੂੰ ਕਿੰਨੇ ਪੈਸੇ ਗਏ, MD ਨੂੰ ਕਿੰਨੇ ਪੈਸੇ ਗਏ। ਅਸੀਂ ਅੱਜ ਜਿਹੜੀ ਅਕਾਲੀ ਦਲ ਵੱਲੋਂ ਮੰਗ ਕਰਦੇ ਹਾਂ, ਇਹ ਕਰਦੇ ਹਾਂ ਇਹ ਪੈਸਾ ਸੈਂਟਰ ਦਾ, ਸੈਂਟਰ ਗਵਰਨਮੈਂਟ ਨੂੰ ਤੋਂ ਵੀ ਮੰਗ ਕਰਦੇ ਹਾਂ ਕਿ ਤੁਸੀਂ ਸਿੱਧਾ ਕੇਸ ਰਜਿਸਟਰ ਕਰਕੇ ਇਸ ਪੈਸੇ ਦੀ ਹੋਈ ਦੁਰਵਰਤੋਂ ਦੀ, ਕ੍ਰਿਮੀਨਲ ਮਿਸਐਪਰੋਪ੍ਰੀਏਸ਼ਨ ਦੀ, 1100 ਰੁਪਏ ਵਾਲਾ ਮਾਲ ਇੱਥੇ ਸ਼ੈਲਰਾਂ ਵਿੱਚ ਲਾ ਕੇ ਝੂਠੇ ਕਾਗਜ਼ ਤਿਆਰ ਕਰਕੇ 465, 67, 71 ਜਿਹੜਾ ਸੀਰੀਅਸ offense ਹੈ ਜਿਨ੍ਹਾਂ 'ਚ ਲਾਈਫ ਇੰਪ੍ਰਿਜ਼ਨਮੈਂਟ ਆ, ਉਹ ਸਾਰੇ ਪਰਚੇ ਦਰਜ ਕਰਕੇ ਮੰਤਰੀ ਜੀ ਦੀ ਟਰਾਇਲ ਕੀਤੀ ਜਾਵੇ। ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਆ ਕਿ ਫੂਡ ਸਪਲਾਈ ਮੰਤਰੀ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ, ਕਿਉਂਕਿ ਐਡੇ ਵੱਡੇ ਘਪਲੇ ਅੱਜ ਤੱਕ ਪੰਜਾਬ 'ਚ ਫੂਡ ਸਪਲਾਈ ਡਿਪਾਰਟਮੈਂਟ 'ਚ ਨਹੀਂ ਹੋਏ ਜਿੰਨੇ ਭਾਰਤ ਭੂਸ਼ਣ ਜੀ ਆਸ਼ੂ ਦੇ ਸਮੇਂ ਵਿੱਚ ਹੋਏ ਆ। ਹੁਣ ਇੱਕ ਗੱਲ ਜਿਹੜੀ ਦੂਸਰੀ ਹੈ ਇਹਦੇ ਨਾਲ ਤੁਹਾਡੇ ਸਾਹਮਣੇ ਆ ਗਿਆ, ਲੋਕਡਾਊਨ ਵੇਲੇ ਕਾਂਗਰਸ ਦੇ MLA ਰਜਿੰਦਰ ਬੇਰੀ ਦੇ ਹੋਟਲ ਵਿੱਚੋਂ ਫੜੇ ਗਏ ਮਾਲ, ਲੁਧਿਆਣੇ ਸਕੂਲ ਵਿੱਚੋਂ ਫੜਿਆ ਗਿਆ। ਚਲੋ ਉਦੋਂ ਤਾਂ ਉਹ ਕਹਿੰਦੇ ਸੀ ਕਿ ਅਸੀਂ ਕੌਂਸਲਰਾਂ ਦੀ, MLAਆਂ ਦੀ ਡਿਊਟੀ ਲਾਈ ਆ ਕਿ ਜਿਹੜਾ ਦਿੱਲੀ ਤੋਂ ਮਾਲ ਆਏ ਵੰਡਿਆ ਜਾਵੇ, ਪਰ ਜਿਹੜਾ ਹੁਣ ਬਠਿੰਡੇ JCB ਮਸ਼ੀਨ ਲਾ ਕੇ ਦੱਬਿਆ ਜਾ ਰਿਹਾ, ਇਹ ਮਾਲ ਕਿਹਦਾ ਪਿਆ ਸੀ? ਇਹ ਪਬਲਿਕ ਮਨੀ ਦਾ ਨੁਕਸਾਨ ਕਰਨ ਦਾ ਜ਼ਿੰਮੇਵਾਰ ਕੌਣ ਹੈ? ਲੋਕਾਂ ਨੂੰ ਖਾਣ ਨੂੰ ਨਹੀਂ ਮਿਲਿਆ, ਢਿੱਡ ਭਰਨ ਨੂੰ ਨਹੀਂ ਮਿਲਿਆ, ਤੇ ਉਹ ਮਿੱਟੀ ਵਿੱਚ ਦੱਬਣਾ ਪਿਓ ਕਿ ਉਸ ਆਟੇ ਵਿੱਚ ਕੀੜੇ ਪੈ ਗਏ। ਉਦੋਂ ਬਾਅਦ ਪਰਸੋਂ ਸਾਡੇ ਬਠਿੰਡੇ ਦੇ ਲੀਡਰ ਸਰੂਪ ਚੰਦ ਸਿੰਗਲਾ ਨੇ ਰੇਡ ਮਾਰ ਕੇ ਜਿਹੜਾ ਉੱਥੇ ਮੇਅਰ ਸਾਹਿਬ ਦਾ ਖਾਲੀ ਪਿਆ ਘਰ ਸੀ, ਉਹਦੇ 'ਚੋਂ ਹਜ਼ਾਰਾਂ ਬੋਰੀਆਂ ਗੌਰਮੈਂਟ ਦੇ ਆਟੇ ਦੀਆਂ ਜਿਹੜੀਆਂ ਮੋਦੀ ਸਾਹਿਬ ਵੱਲੋਂ ਆਈਆਂ ਸੀ ਵੰਡਣ ਲਈ, ਉਹ ਉੱਥੇ ਖਰਾਬ ਹੋਈਆਂ ਪਾਈਆਂ ਗਈਆਂ। ਹੁਣ ਇਦੋਂ ਵੱਡੀ ਨਗਲੈਕੀ, ਇਦੋਂ ਵੱਡੀ ਗੁਨਾਹ, ਇਦੋਂ ਵੱਡਾ ਪਾਪ ਕਿਹੜਾ ਮੰਤਰੀ ਹੋਰ ਕਰ ਸਕਦਾ ਬਿਨਾਂ ਭਾਰਤ ਭੂਸ਼ਣ ਆਸ਼ੂ ਦੀ ਹੈ? ਸੋ ਇਸ ਲਈ ਸਾਡੀ ਪਹਿਲੀ ਮੰਗ ਹੈ ਕਿ ਤੁਰੰਤ ਡਿਸਮਿਸ ਕੀਤਾ ਜਾਵੇ, ਕਰਪਸ਼ਨ ਦਾ ਕੇਸ ਰਜਿਸਟਰ ਕੀਤਾ ਜਾਵੇ, ਕੇਸ ਰਜਿਸਟਰ ਕਰਕੇ ਤਬਦੀਸ਼ ਤੇ ਇਨਵੈਸਟੀਗੇਸ਼ਨ CBI ਨੂੰ ਦਿੱਤੀ ਜਾਵੇ, ਕਿਉਂਕਿ ਕੈਸ਼ ਕ੍ਰੈਡਿਟ ਲਿਮਿਟ ਗਵਰਨਮੈਂਟ ਆਫ ਇੰਡੀਆ ਦੀ ਹੈ। ਗਵਰਨਮੈਂਟ ਆਫ ਇੰਡੀਆ ਦੇ ਬਿਹਾਫ ਤੇ ਸਾਰੀ ਪਰਚੇਜ਼ ਹੁੰਦੀ ਹੈ, ਤੇ ਇਹ ਪੈਸੇ ਦਾ ਇੱਕ ਪੈਸੇ ਲਈ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਣਾ। ਤਕਰੀਬਨ 5000 ਕਰੋੜ ਰੁਪਏ ਤੱਕ ਦੀ ਕੈਸ਼ ਕ੍ਰੈਡਿਟ ਲਿਮਿਟ ਉਹ ਲੋਕਾਂ ਨੇ ਲੈ ਜਾਣੀ ਹੈ ਜਿਨ੍ਹਾਂ ਨੇ ਪੰਜਾਬ 'ਚ ਕਾਸ਼ਤ ਵੀ ਨਹੀਂ ਕੀਤੀ। ਟਰੇਡਰ ਲੋਕ ਨੇ ਜਾਂ ਕਾਂਗਰਸ ਦੇ ਲੀਡਰ ਨੇ ਜਿਨ੍ਹਾਂ ਨੇ ਬਾਹਰੋਂ ਸਸਤਾ ਖਰੀਦ ਕੇ ਇੱਥੇ ਆਪਣੇ ਸ਼ੈਲਰਾਂ 'ਚ ਲਾ ਕੇ ਪੰਜਾਬ ਦੀਆਂ ਜਾਲੀ ਰਸੀਦਾਂ ਬਣਾ ਕੇ ਮੁੜ ਕੇ ਚੌਲ 2800 ਰੁਪਏ ਕੁਇੰਟਲ ਹੀ ਦੇਣਾ ਹੈਗਾ, 1100 ਰੁਪਏ ਲੈ ਕੇ। ਸੋ ਇਹ ਮੰਗ ਹੈ। ਦੂਸਰੀ ਆ ਜਿਹੜੀ ਆਟੇ ਵਾਲੀ ਦੱਸੀ। ਹੁਣ ਤੀਸਰੀ ਤੇ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਉਹ ਸਰਕਾਰ ਦਾ ਹਾਲ ਕੀ ਹੋਊ ਜਿਸ ਸਰਕਾਰ ਦਾ ਮੰਤਰੀ ਟੈਰੋਰਿਸਟਾਂ ਦੇ ਨਾਲ ਘਿਓ ਖਿਚੜੀ ਹੋਇਆ ਹੋਊ, ਟੈਰੋਰਿਸਟਾਂ ਦੇ ਨਾਲ ਪਨਾਹ ਦਿੱਤੀ ਹੋਊ, ਟੈਰੋਰਿਸਟਾਂ ਤੋਂ ਆਪਣੇ ਪਿਓ ਤੇ ਮਾਂ ਦੇ ਕਾਤਲਾਂ ਨੂੰ ਮਰਵਾਉਣ ਦੀ ਸੌਦਾ ਹੋਇਆ ਹੋਊ। ਜਦੋਂ ਟੈਰੋਰਿਸਟਾਂ ਨੇ 3 ਲੇਡੀਜ਼ ਅਜਨੌਜ ਦੀਆਂ ਮਾਰੀਆਂ, ਪ੍ਰੋਟੈਕਸ਼ਨ ਕੌਨਸਪੀਰੇਸੀ ਸਾਰੀ ਮੰਤਰੀ ਜੀ ਦੇ ਡੈਰੀ ਵਾਲੇ ਸ਼ੈੱਡ 'ਚ ਹੋਈ। ਇੱਥੇ ਹੀ ਨਹੀਂ, ਗੁੜ ਮੰਡੀ ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ, ਬੰਬ ਤਿਆਰ ਹੋਏ ਡੈਰੀ ਤੇ। ਲਚੱਲੇ ਲੁਧਿਆਣੇ ਸਰਾਭਾ ਨਗਰ ਵਿੱਚ ਥਾਣੇਦਾਰ ਮਾਰਿਆ ਗਿਆ। ਇਹ ਗੱਲਾਂ ਮੈਂ ਨਹੀਂ ਕਹਿੰਦਾ, ਇਹ ਗੱਲਾਂ ਪੁਲਿਸ ਨਹੀਂ ਕਹਿੰਦੀ, ਇਹ ਗੱਲਾਂ ਭਾਰਤ ਭੂਸ਼ਣ ਆਸ਼ੂ ਜੀ
ਆਪਣੀ ਕਨਫੈਸ਼ਨਲ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ 6/5/1992 ਨੂੰ ਉਸ ਵੇਲੇ ਦੇ ਐਸਪੀ ਜਿਹਨੂੰ ਟੈਰੋਰਿਸਟ ਐਕਟ ਹੇਠ ਜੁਡੀਸ਼ੀਅਲ ਅਖਤਿਆਰ ਸੀਗੇ ਕਨਫੈਸ਼ਨ ਰਿਕਾਰਡ ਕਰਨ ਦੇ, ਉਹਨਾਂ ਨੇ ਰਿਕਾਰਡ ਕੀਤਾ। ਲਓ ਮੈਂ ਤੁਹਾਨੂੰ ਇਹਦੇ 'ਚ ਰੈਲੇਵੈਂਟ ਪੜ੍ਹ ਦਿੰਦਾ। 4/4/92 ਨੂੰ ਮੈਂ ਆਪਣੀ ਡਾਇਰੀ ਤੇ ਮੌਜੂਦ ਸੀ ਤਾਂ ਸਵਰਨਜੀਤ ਸਿੰਘ ਉਰਫ ਚਰਨਜੀਤ ਸਿੰਘ ਉਰਫ ਚੰਨਾ, ਉਸਦਾ ਭਾਈ ਜਰਨੈਲ ਸਿੰਘ ਤੇ ਇੱਕ ਹੋਰ ਮੁੰਡਾ ਜਿਸ ਨੂੰ ਪ੍ਰਧਾਨ ਕਹਿੰਦੇ ਸੀ, ਆਏ ਚੰਨੇ ਨੇ ਮੇਰੇ ਨਾਲ ਸਲਾਹ ਕੀਤੀ ਕਿ ਲੁਧਿਆਣਾ ਸ਼ਹਿਰ ਵਿੱਚ ਅੱਜ ਬੰਬ ਧਮਾਕਾ ਕਰਨਾ ਹੈ, ਦੱਸੋ ਕਿਸ ਜਗ੍ਹਾ ਕਰੀਏ। ਤਾਂ ਮੈਂ ਕਿਹਾ ਗੁੜ ਮੰਡੀ ਵਾਲੇ ਪਾਸੇ ਬਹੁਤ ਜ਼ਿਆਦਾ ਇਕੱਠ ਹੁੰਦਾ, ਉੱਥੇ ਕਰ ਲਓ। ਤੇ ਅੱਜ ਮੇਰੇ ਤਾਏ ਜੀ ਵਾਲਾ ਵੀ ਕੰਮ ਜ਼ਰੂਰ ਕਰ ਦੇਣਾ। ਜਿਨ੍ਹਾਂ ਨੇ ਕਿਹਾ ਠੀਕ ਹੈ, ਜਿਨ੍ਹਾਂ ਨੇ ਮੇਰੇ ਤੋਂ ਨਰਿੰਦਰ ਕੁਮਾਰ ਉਰਫ ਕਾਲਾ ਬਾਰੇ ਪੁੱਛਿਆ ਤੇ ਮੈਂ ਦੱਸਿਆ ਕਿ ਡੈਰੀ ਪਰ ਹੈ, ਉਸ ਨਾਲ ਵੀ ਗੱਲ ਕਰ ਲਓ। ਜੋ ਤਿੰਨੇ ਹੀ ਮੇਰੇ ਸਾਹਮਣੇ ਕਾਲੇ ਦੀ ਡੈਰੀ ਵਿੱਚ ਚਲੇ ਗਏ। ਸ਼ਾਮ ਨੂੰ ਇਹ ਤਿੰਨੇ ਵਾਪਸ ਕਾਲੇ ਦੀ ਡੈਰੀ ਤੇ ਆਏ ਤਾਂ ਮੈਨੂੰ ਮਿਲਿਆ ਤਾਂ ਉਹਨਾਂ ਨੇ ਦੱਸਿਆ ਕਿ ਗੁੜ ਮੰਡੀ ਵਾਲਾ ਬੰਬਾਂ ਦਾ ਧਮਾਕਾ ਕਰ ਆਏ ਹਾਂ। ਹੁਣ ਉਦੋਂ ਬਾਅਦ ਫਿਰ ਗੱਲਾਂ ਵਿੱਚ ਉਹਨਾਂ ਨੇ ਦੱਸਿਆ ਕਿ ਅਜਨੌਦ ਵਿੱਚ 3 ਮੁਖਬਰ ਔਰਤਾਂ ਨੂੰ ਸੋਧ ਦਿੱਤਾ ਹੈ। ਤਾਂ ਮੈਂ ਅੱਗੋਂ ਕਿਹਾ ਕਿ ਹੋਰ ਕੰਮ ਕਰੀ ਜਾਂਦੇ ਹੋ, ਮੇਰੇ ਤਾਏ ਵਾਲਾ ਵੀ ਕੰਮ ਕਰਦੇ ਹੋ। ਚੰਨੀ ਕਹਿਣ ਲੱਗਾ ਕਿ ਮੈਨੂੰ ਤੇਰੇ ਨਾਲੋਂ ਜ਼ਿਆਦਾ ਫਿਕਰ ਹੈ, ਜ਼ਿੰਮੇਵਾਰੀ ਵੀ ਮੈਂ ਜ਼ਰੂਰ ਨਿਭਾਵਾਂਗਾ। ਇਹ ਭਾਰਤ ਭੂਸ਼ਣ ਆਸ਼ੂ ਜੀ ਦਾ ਹੈਗਾ, ਜਿਹਦੇ ਵਿੱਚ ਥੱਲੇ ਸਰਟੀਫਿਕੇਟ ਹੈ ਐਸਪੀ ਸਿਟੀ ਦਾ। ਮੈਂ ਅੱਜ ਐਸਪੀ ਸਿਟੀ ਲੁਧਿਆਣਾ ਨੇ ਦੋਸ਼ੀ ਭਾਰਤ ਭੂਸ਼ਣ ਹੁਕਮ ਦਾ ਬਿਆਨ ਲਿਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ ਤੇ ਸਮਝਾਇਆ ਕਿ ਆਪ ਵੱਲੋਂ ਅਖਬਾਰ ਜਾਂ ਬਿਆਨ ਦੇਣਾ ਜ਼ਰੂਰੀ ਨਹੀਂ ਅਤੇ ਨਾ ਹੀ ਆਪ ਬਿਆਨ ਦੇਣ ਲਈ ਪਾਬੰਦ ਹੋ, ਨਾ ਹੀ ਆਪ ਕਿਸੇ ਡਰ ਜਾਂ ਦਬਾਅ ਹੇਠ ਹੋ। ਜੇਕਰ ਆਪ ਬਿਆਨ ਦੇਵੋਗੇ ਤਾਂ ਆਪ ਦੇ ਖਿਲਾਫ ਬਤੌਰ ਸ਼ਹਾਦਤ ਵਰਤਿਆ ਜਾ ਸਕਦਾ ਹੈ। ਉਦੋਂ ਬਾਅਦ ਉਹਨੇ ਬਿਆਨ ਪੜ੍ਹ ਕੇ ਲਿਖ ਕੇ ਆਸ਼ੂ ਨੇ ਸਾਈਨ ਕੀਤਾ। ਉਸੇ ਤਰ੍ਹਾਂ ਹੀ ਕਿਹੜੇ ਸੰਨ ਦੀ ਗੱਲ ਹੈ? 92 ਦੀ ਜੀ। ਸੁਖਮਿੰਦਰ ਸਿੰਘ ਸੰਧੂ ਐਸਪੀ ਅੱਜ ਵੀ ਜੀਵਤ ਹੈ। ਇਸੇ ਤਰ੍ਹਾਂ ਹੀ ਇਹਦਾ ਕਾਲੇ ਦਾ ਇਹਦੇ ਨਾਲ ਵਾਲੇ ਦਾ ਬਿਆਨ ਲਿਖਿਆ ਗਿਆ ਹੈ, ਇਕਬਾਲੀ ਹੈ ਬਿਆਨ। ਹੁਣ ਇੱਥੇ ਦਾ ਲਿਖਿਆ ਗਿਆ ਬਿਆਨ। ਉਦੋਂ ਬਾਅਦ ਪਿੰਕੀ ਆ ਜਿਹੜਾ ਕੈਟ ਜਿਹਨੂੰ ਕਹਿੰਦੇ ਆ, ਉਹਦੀ ਵੀਡੀਓ ਤੁਸੀਂ ਸੁਣੀ ਆ ਸਾਰਿਆਂ ਨੇ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਵੀ ਤੁਹਾਨੂੰ ਵੀ ਸੁਣਾ ਦਿੰਦਾ। ਨਹੀਂ ਚਲੋ ਪ੍ਰੈਸ ਵੀ ਦਿਖਾ ਦਿੰਦੇ ਆਪਾਂ ਨੂੰ, ਕੋਈ ਨਥਿੰਗ ਟੂ ਹਾਈਡ। ਇਹਨੇ ਲੰਮਾ ਸਮਾਂ ਜੀ ਇਹ ਬਰੀ ਹੋ ਗਿਆ ਜੀ, ਗੱਲ ਕੀ? ਬਰੀ ਨਹੀਂ ਜੀ, ਬਰੀ ਨਹੀਂ। 3 ਕੇਸ ਇਹਦੇ ਬਣਦੇ ਸੀਗੇ, ਇਹ 2 ਕੇਸ ਰਜਿਸਟਰ ਨਹੀਂ ਕੀਤੇ। ਇੱਕ ਵਾਲੀਆ ਬਿਆਨ ਮਿੱਟੀ 'ਚ ਦੱਬ ਤੇ 212 'ਚ ਟੈਰੋਰਿਸਟਾਂ ਨੂੰ ਪਨਾਹ ਦੇਣ ਵਿੱਚ ਸ਼ਹਾਦਤ ਨਹੀਂ ਦਿੱਤੀ, ਬਰੀ ਹੋ ਗਏ। ਇਹ ਤੁਹਾਡੇ ਧਿਆਨ 'ਚ ਹੋਣਾ ਜੀ? ਆ ਹੁਣ ਆਇਆ ਜੀ। ਨਾਲੇ ਇੱਕ ਮੈਂ ਤਾਂ ਇੱਕ ਮੁਲਾਬਰ ਜੀ ਹੋਰ ਸੁਣ ਲਓ। ਸਾਰਿਆਂ ਦੇ ਧਿਆਨ ਸੀਗਾ ਮੁਲਤਾਨੀ ਵਾਲਾ ਕੇਸ ਤੇ ਰਜਿਸਟਰ ਤਾਂ ਹੁਣ ਕੀਤਾ ਨਾ। ਨਹੀਂ ਗੱਲ ਸੁਣੋ, ਮਰਡਰ ਕੇਸ ਵਿੱਚ ਕੋਈ ਮਿਆਦ ਨਹੀਂ ਹੁੰਦੀ। ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਨਾ, ਉਹ ਸਿਰਫ 3 ਸਾਲ ਦੀ ਮਿਆਦ ਉਹਨਾਂ ਜੁਰਮਾਂ 'ਚ ਰੱਖਦਾ ਜਿਨ੍ਹਾਂ 'ਚ ਸਜ਼ਾ ਸਿਰਫ 3 ਸਾਲ ਦੀ ਹੁੰਦੀ ਹੈ। ਜਿਨ੍ਹਾਂ 'ਚ 3 ਸਾਲ ਤੋਂ ਉੱਪਰ ਦੀ ਸਜ਼ਾ ਹੁੰਦੀ ਹੈ ਉਹਦੇ ਵਿੱਚ ਕੋਈ ਮਿਆਦ ਨਹੀਂ। ਜੇ ਪੁਰਾਣੇ ਡੀਜੀਪੀ ਤੇ 29 ਸਾਲ ਬਾਅਦ ਹੋ ਸਕਦਾ, ਉਦੋਂ ਉੱਪਰ ਤਾਂ ਨਹੀਂ ਹੈ। ਜਦ ਇੱਕ ਬੰਦਾ ਪਬਲਿਕ ਆਫਿਸ ਵਿੱਚ ਬੈਠਾ ਹੈਗਾ, ਲੋਕਾਂ ਦੀ ਨੁਮਾਇੰਦਗੀ ਕਰਕੇ ਲੋਕਾਂ ਨੂੰ ਇਨਸਾਫ ਦੇਣ ਲਈ, ਲੋਕਾਂ ਨੂੰ ਇੱਕ ਕਾਨੂੰਨ ਵਾਲਾ ਰਾਜ ਦੇਣ ਦੀ ਗੱਲ ਕਰਦਾ ਹੈ, ਤੇ ਉਹ ਬੰਦਾ ਜਦ ਆਪ ਇੱਕ ਕ੍ਰਾਈਮ 'ਚ, ਸੀਰੀਅਸ ਕ੍ਰਾਈਮ 'ਚ, ਜਿਹਦੇ ਵਿੱਚ 3 ਹੋਮਗਾਰਡ ਵਾਲੀਆਂ ਬੀਬੀਆਂ ਮਾਰੀਆਂ ਗਈਆਂ, ਜਿਹਦੇ 'ਚ ਤੁਹਾਡਾ ਗੁੜ ਮੰਡੀ ਧਮਾਕਾ ਹੋਇਆ, ਜਿਹਦੇ ਸਰਾਭਾ ਨਗਰ ਇੱਕ ਥਾਣੇਦਾਰ ਮਾਰਿਆ ਗਿਆ, ਦਵਿੰਦਰ ਪੌਥ, ਚੰਨੀ, ਸਾਰੇ ਨਾਮਵਾਰ ਖਾੜਕੂ ਜਿਨ੍ਹਾਂ ਦੇ ਸਿਰਾਂ ਤੇ 5-5 ਲੱਖ ਦਾ ਮੁੱਲ ਸੀਗਾ, ਉਹ ਸਾਰੇ ਇਹਨਾਂ ਦੇ ਨਾਲ ਰਲੇ ਹੋਏ ਸੀ। ਘਿਓ ਖਿਚੜੀ ਸੀ ਤੇ ਇਹਨਾਂ ਦੇ ਸ਼ੈਲਟਰ ਦਿੰਦੇ ਸੀਗੇ। ਇਹ ਤਾਂ ਜਦ ਤਬਦੀਸ਼ ਚੱਲੂਗੀ ਨਾ, ਇਹ ਪਤਾ ਲੱਗੂਗਾ ਕਿ ਦੁੱਧ ਦੇ ਡਰਮਾਂ 'ਚ ਉਹ ਕਿਵੇਂ ਪਾ ਕੇ ਲਿਜਾਂਦੇ ਸੀਗੇ। ਥੱਲੇ ਹੁੰਦੇ ਸੀ ਹਥਿਆਰ, ਇੱਕ ਉੱਪਰ ਛੋਟਾ ਜਿਹਾ ਡੱਬਾ ਰੱਖ ਕੇ ਦੁੱਧ ਵਾਲਾ, ਕਿ ਦੁੱਧ ਦਾ ਡਰਮ ਜਾ ਰਿਹਾ, ਹਥਿਆਰ ਜਾਂਦੇ ਸੀ। ਸਰਕਾਰ ਵੀ ਫੇਲ ਹੋ ਗਈ ਉਦੋਂ ਇਹਨਾਂ ਨੂੰ ਫੜਨ ਲਈ, ਤੇ ਮੁੜ ਕੇ ਗਵਰਨਰੀ ਰਾਜ ਸੀ, ਥੋੜ੍ਹੇ ਬਹੁਤੇ ਕਾਂਗਰਸ ਲਿੰਕ ਸੀਗੇ, ਉਹਨਾਂ 'ਚੋਂ ਇਹ ਆਪਣਾ ਬਚ ਕੇ ਤੁਰਦੇ ਲੱਗੇ। ਆਹ ਲੋ ਪਿੰਕੀ ਨੇ ਇਹਦੇ ਬਾਰੇ ਦੱਸਿਆ ਕਿ ਜਦ ਮੈਂ ਇੱਥੇ CIA 'ਚ ਲੱਗਿਆ ਹੋਇਆ ਸੀਗਾ ਤੇ ਇਹ CIA ਵਿੱਚ ਉਦੋਂ ਉੱਥੇ ਆਇਆ ਵੀ। ਲੁਧਿਆਣੇ ਦੇ ਵਿੱਚ ਜਦੋਂ ਤੁਸੀਂ ਤਾਇਨਾਤ ਸੀ, ਉੱਥੇ ਗੁੜ ਮੰਡੀ ਦੇ ਵਿੱਚ ਇੱਕ ਧਮਾਕਾ ਹੋਇਆ ਸੀ। DSP ਬਲਵਿੰਦਰ ਸਿੰਘ ਸੇਖੋਂ ਵੀ ਉਹ ਮੁੱਦਾ ਚੁੱਕਦੇ ਰਹੇ ਨੇ। ਉਹ ਚੁੱਕਦੇ ਰਹੇ ਸੇਖੋਂ ਜੋ ਕੁਝ ਕਹਾਣੀ ਸੀ। ਇਹ ਜਿਹੜਾ ਆਸ਼ੂ ਹੈ CIA ਫੜਿਆ ਸੀ। ਆਸ਼ੂ
ਜਿਹੜਾ ਮੰਤਰੀ ਹੈ ਆਸ਼ੂ ਮੰਤਰੀ ਇਹਦੀ ਡੈਰੀ ਹੈ ਹੈਬੋਵਾਲ, ਇਹਦੇ ਪਿਓ ਤੇ ਮਾਂ ਨੂੰ ਇਹਦੇ ਚਾਚੇ ਜੱਗੀ ਨੇ ਕਤਲ ਕਰਤਾ ਸੀ, ਮਾਰਤਾ ਸੀ। ਅੱਛਾ। ਇਹਨਾਂ ਦੀ ਡੈਰੀ ਤੇ ਅੱਤਵਾਦੀ ਆਉਂਦੇ ਸੀਗੇ, ਇਹਨਾਂ ਕੋਲ ਰਹਿੰਦੇ ਸੀ। ਇਹਦਾ ਇੱਕ ਤਾਏ ਦਾ ਪੁੱਤ ਕਾਲਾ, ਉਹਨੇ ਇੱਕ ਬੰਦੇ ਤੇ ਪਹਿਲਾਂ ਤੇਜ਼ਾਬ ਪਾ ਕੇ ਉਹਦੀ ਕਤਲ ਮਰ ਗਿਆ ਸੀ। ਉਹ ਇਹਨੂੰ 20 ਸਾਲ ਕਾਲੇ ਨੂੰ ਉਹਦੇ 'ਚ ਕੈਦ ਵੀ ਹੋਈ। ਇਹਨਾਂ ਨੂੰ ਉਦੋਂ ਚਲਾਨ ਵੀ 147 ਇਹਨਾਂ ਕੋਲੋਂ ਮਿਲੀ। ਇੱਕ ਇਹਨਾਂ ਨੇ ਹੈੱਡ ਕਾਂਸਟੇਬਲ ਮਰਵਾਇਆ ਸੀ ਕਿਜਰੂ ਨਗਰ, ਉਹ ਵੀ ਇਹਨਾਂ ਦੀ ਮਿਹਰਬਾਨੀ ਸੀ। ਗੁੜ ਮੰਡੀ ਬੰਬ ਲਵਾਇਆ, ਜਿਹੜੀਆਂ 3 ਹੋਮਗਾਰਡ ਜਨੌਦ ਪਿੰਡ ਜਨਾਨੀਆਂ ਮਰੀਆਂ, ਉਹ ਵੀ ਇਹਦੀ ਮਿਹਰਬਾਨੀ ਸੀ। ਸਮਝੇ, ਉਹ ਮੈਨੂੰ ਸਾਰੀ ਕਹਾਣੀ ਦਾ ਪਤਾ। ਮੈਂ ਉਦੋਂ CAE ਸੀਗਾ ਉੱਥੇ। ਇਹ ਰਿਮਾਂਡ 'ਚ ਵੀ ਰਹੇ ਨੇ ਉੱਥੇ, ਕਾਲਾ ਵੀ ਰਿਹਾ। ਕਾਲੇ ਦੇ ਕੇ 47 ਵੀ ਰਿਕਵਰੀ ਹੋਈ। 212 216 ਦਾ ਪਰਚਾ ਵੀ ਇਹਨਾਂ ਦੇ ਖਿਲਾਫ ਦਰਜ ਹੋਇਆ। ਉਹ ਆਈ ਨੋ ਇਟ, ਸਾਰਾ ਕੁਛ ਮੈਨੂੰ ਪਤਾ। ਇਹਨਾਂ ਨੂੰ ਸਜ਼ਾ ਵਗੈਰਾ ਵੀ ਕੋਈ ਹੋਈ? ਸਜ਼ਾ ਇਹ ਬਰੀ ਹੋ ਗਈ ਸੀ ਉਹਦੇ 'ਚੋਂ, ਕਿਉਂਕਿ ਵਿਟਨੈਸ ਗਵਾਹ ਕੋਈ ਨਹੀਂ ਸੀ ਇਹਨਾਂ ਦੇ ਬਣਿਆ। 212 ਡਿਊ ਟੂ ਨੋਨ ਵਿਟਨੈਸ ਇਹ ਬਰੀ ਹੋ ਗਈ ਉਹਦੇ 'ਚ। ਪਰ ਮਾਮਲੇ 'ਚ ਸੀ ਸੱਚਾਈ ਕੋਈ ਕਿ ਨਹੀਂ? ਹੁਣ ਸਾਡੀ ਡਿਮਾਂਡ ਇਹ ਹੈ, ਅਸੀਂ ਡਿਮਾਂਡ ਇਹ ਹੈ ਕਿ ਇੱਕ ਟੈਰੋਰਿਸਟਾਂ ਨਾਲ ਲਿੰਕ ਰੱਖਣ ਵਾਲਾ ਪੰਜਾਬ ਦੇ ਵਿੱਚ ਮੰਤਰੀ ਹੋ ਕੇ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਅੱਗ ਨਹੀਂ ਲਾਊਗਾ ਤਾਂ ਹੋਰ ਕੀ ਕਰੂਗਾ? ਜਿਸ ਬੰਦੇ ਨੂੰ ਲਾਅ ਵਿੱਚ ਭਰੋਸਾ ਨਹੀਂ, ਲਾਅ ਤੇ ਉਹਨੂੰ ਯਕੀਨ ਨਹੀਂ, ਲਾਅ ਦੇ ਪ੍ਰੋਸੈਸ ਨੇ ਉਹਦੇ ਫਾਦਰ ਤੇ ਮਦਰ ਦੇ ਕਾਤਲਾਂ ਨੂੰ ਬਰੀ ਕਰ ਦਿੱਤਾ, ਤਾਂ ਉਹਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਆਪਣੇ ਤਾਏ ਤੇ ਚਾਚੇ ਨੂੰ ਮਰਵਾਉਣ ਦੀ ਸਾਜ਼ਿਸ਼ ਕਰੀ। ਤੇ ਜਿਨ੍ਹਾਂ ਨੇ ਵਰਤਿਆ ਕਿਹਨਾਂ ਨੂੰ? ਅੱਤਵਾਦੀਆਂ ਨੂੰ। ਤੇ ਉਹਨਾਂ ਨੂੰ ਆਪਣੇ ਕੰਮ ਲਈ ਵਰਤਣ ਲਈ ਉਹਨਾਂ ਦੀ ਸਹਾਇਤਾ ਕੀਤੀ। ਐਡੇ ਸੀਰੀਅਸ ਕ੍ਰਾਈਮ 'ਚ, ਸ਼ਹਿਰ 'ਚ ਅੱਗ ਲਾਉਣ ਵਾਲੀ, ਬੰਬ ਚਲਾਉਣ ਵਿੱਚ, ਗੋਲੀ ਚਲਾਉਣ 'ਚ, 3 ਔਰਤਾਂ ਨੂੰ ਮਰਵਾਉਣ 'ਚ। ਸੋ ਸਾਡੀ ਦੂਸਰੀ ਮੰਗ ਇਹ ਹੈ ਕਿ ਮੁੱਖ ਮੰਤਰੀ ਜੀ, ਨਾਲੇ ਮੈਂ ਸਵਾਲ ਕਰਦਾ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਸਿੱਧਾ, ਰਵਨੀਤ ਜੀ ਤੁਸੀਂ ਜਿੱਥੇ ਵੀ ਬੋਲਦੇ ਹੋ ਤੁਸੀਂ ਕਹਿੰਦੇ ਹੋ ਕਿ ਮੇਰਾ ਦਾਦਾ ਅੱਤਵਾਦੀਆਂ ਨੇ ਮਾਰਤਾ ਹੈ, ਤੇ ਜਿਹੜੇ ਮੰਤਰੀ ਦੇ ਨਾਲ ਤੁਸੀਂ ਕਾਰ 'ਚ ਚੜ੍ਹ ਕੇ ਤੁਰੇ ਫਿਰਦੇ ਹੋ ਉਹਨੇ ਅੱਤਵਾਦੀ ਪਾਲੇ। ਤੁਹਾਨੂੰ ਵੀ ਆਪਣਾ ਸਟੈਂਡ ਹੁਣ ਸਾਫ਼ ਕਰਨਾ ਪਊਗਾ ਕਿ ਤੁਸੀਂ ਅੱਤਵਾਦੀਆਂ ਦੇ ਸਮਰਥਕ ਨਾਲ ਹੋ। ਜੇ ਤੁਸੀਂ ਨਹੀਂ ਨਾਲ, ਤਾਂ ਤੁਸੀਂ ਬਤੌਰ ਕਾਂਗਰਸ ਦੇ MP ਇਹ ਯਕੀਨੀ ਬਣਾਓ ਕਿ ਕਾਂਗਰਸ ਦੀ ਹਾਈ ਕਮਾਂਡ 'ਤੇ ਪ੍ਰੈਸ਼ਰ ਪਾਓ ਕਿ ਇਸ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖਾਸਤ ਕਰਕੇ ਇਹਦੇ ਪਰਚਾ ਰਜਿਸਟਰ ਕਰਕੇ ਇਹ CBI ਨੂੰ ਕੇਸ ਟ੍ਰਾਂਸਫਰ ਕੀਤਾ ਜਾਵੇ। ਤੁਸੀਂ ਹੁਣ ਕਰਨਾ ਕਿ ਮੈਂ ਅੱਗੇ ਦੱਸੋ? ਕਰੋ। ਅਗਲੀ ਗੱਲ ਜਿਹੜੀ ਅਸੀਂ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਦੇਖੋ, ਕਾਂਗਰਸ ਹੈ ਜਿਹੜੀ, ਕਾਂਗਰਸ ਅੱਗ ਨਾਲ ਖੇਡਦੀ ਹੈ। ਤੇ ਅਸੀਂ ਕਾਂਗਰਸ ਨੂੰ ਇਹ ਬੇਨਤੀ ਕਰਾਂਗੇ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਹੁਤ ਔਖੀ ਆਈ ਹੈ। 25,000 ਘਰਾਂ ਦੇ ਚਿਰਾਗ ਬੁਝ ਗਏ। ਸੋ ਵੀ ਪ੍ਰੈਸ ਨੋਟ ਭੇਜਿਆ ਸੀ, ਉਹਦੇ ਵਿੱਚ ਵੀ ਜਿਹੜੀਆਂ ਸਹੀ ਲਾਈਨਾਂ ਸੀ ਉਹ ਵਿੱਚੋਂ ਪੇਪਰਾਂ ਨੇ ਕੱਢਤੀਆਂ। ਜਿਹੜੀ ਸਤਕਾਰ ਕਮੇਟੀ ਧਰਨਾ ਲਾਈ ਬੈਠੀ ਸੀ ਉੱਥੇ ਦਰਬਾਰ ਸਾਹਿਬ ਦੇ ਮੂਹਰੇ, ਅੱਜ ਵੀ ਬੈਠੀ ਹੈ, ਸਾਰੇ ਪੇਪਰਾਂ ਨੇ ਗੱਲ ਚੱਕੀ ਹੈ, ਮੀਡੀਆ ਤੇ ਗੱਲ ਆਈ ਹੈ ਬਈ ਉਹਨਾਂ ਦੇ ਕੋਲੋਂ ਉੱਥੇ ਨਸ਼ੇ ਨਿਕਲੇ ਨੇ। ਕਹਾਉਂਦੇ ਨੇ ਆਪਣੇ ਆਪ ਨੂੰ ਧਾਰਮਿਕ, ਨਸ਼ੇ ਉੱਥੋਂ ਨਿਕਲਣ। ਤੇ ਸਤਨਾਮ ਸਿੰਘ ਖੋਸਾ, ਸਤਨਾਮ ਸਿੰਘ ਖੋਸਾ ਸ਼ਰੇਆਮ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ, ਦਰਬਾਰ ਸਾਹਿਬ ਦੇ ਚਾਰੇ ਪਾਸੇ ਨਸ਼ੇ ਨਾਲ ਟੁੰਨ ਹੋਇਆ ਐਂ ਫਿਰਦਾ ਨਾਲ। ਉਹਨੂੰ ਵੀਡੀਓ ਵਾਇਰਲ ਹੋਈ ਆ। ਤੇ ਇੱਕ ਲੇਡੀ ਦੇ ਮਗਰ ਨੰਗੀ ਕਿਰਪਾਨ ਲਈ ਭੱਜਿਆ ਜਾਂਦਾ ਉਹਨੂੰ ਮਾਰਨ ਵਾਸਤੇ। ਯਾਰ ਉਹ ਦੇਖੋ ਕਿੰਨੀ ਵੱਡੀ ਹੈਰਾਨੀ ਗੱਲ ਹੈ ਕਿ ਇਹ ਜਿਹੜੀਆਂ ਕਾਂਗਰਸ ਪਾਰਟੀ ਨੇ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ, ਇਹਨਾਂ ਨੇ ਜਾਣ ਕੇ ਉੱਥੇ ਕੁਛ ਬੰਦਿਆਂ ਨੇ ਇਹਨਾਂ ਨੂੰ 35-40 ਬੰਦੇ ਨੇ ਉੱਥੇ ਬਿਠਾਇਆ ਹੋਇਆ। ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਨੂੰ ਬਦਨਾਮ ਕਰਨ ਦੀ ਖਾਤਰ, ਦੂਜਾ ਇਹ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਇਹਨੂੰ ਤੂਲ ਦੇ ਕੇ ਪਰਚਾ ਦਰਜ ਕਰਾਇਆ ਜਾਵੇ। ਪਰਚਾ ਦਰਜ ਕਰਾ ਕੇ ਦਰਬਾਰ ਸਾਹਿਬ 'ਚ ਪੁਲਿਸ ਵਾਲੀ ਜਾਵੇ। ਇਹਨਾਂ ਦਾ ਮਕਸਦ ਹੋਰ ਕੁਛ ਨਹੀਂ ਵੀ ਪੁਲਿਸ ਵਾਲੀ ਜਾਵੇ। ਸੋ ਇਹਨਾਂ ਦੀਆਂ ਜਿਹੜੀਆਂ ਕੱਲਾ ਇਹ ਨਹੀਂ ਹੈ ਕਿ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ ਜਾਂ ਸਤਕਾਰ ਕਮੇਟੀ ਨੂੰ ਮਾਨਤਾ ਵੀ ਨਹੀਂ ਕਿਸੇ ਨੇ ਦਿੱਤੀ, ਤੇ ਕਾਰਨਾਮੇ ਕਹੇ ਜਿਹੇ ਨੇ, ਕਹਾਉਂਦੇ ਕੀ ਨੇ ਆਪਣੇ ਆਪ। ਇਹਨਾਂ ਨੂੰ ਪ੍ਰੈਸ ਨੂੰ ਉਜਾਗਰ ਕਰਨਾ ਚਾਹੀਦਾ। ਅੱਜ ਗਰੇਵਾਲ ਸਾਹਿਬ ਨੇ ਕਿਹਾ ਹੈ, ਔਰ ख़ास करके मैं समझना कि आशू जी ने जो बंब धमाका गुड़ मंडी च होया ਜਾਂ ਹੋਰ ਕਤਲ ਹੋਏ
ਇੱਕ ਤਾਂ ਇਹਨਾਂ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਆ। ਦੂਸਰਾ ਇਹਦੀ CBI ਕੋਲੋਂ ਇਨਕੁਆਰੀ ਹੋ ਕੇ ਔਰ ਉਸ ਤੋਂ ਪਹਿਲਾਂ ਇਹਨੂੰ ਸਸਪੈਂਡ ਕਰਨਾ ਚਾਹੀਦਾ ਜਾਂ ਕੱਢਣਾ ਚਾਹੀਦਾ। ਨਹੀਂ ਤੇ ਮੈਂ ਸਮਝਣਾ ਕਿ CM ਸਾਹਿਬ ਦਾ ਵੀ ਇਹਦੇ ਵਿੱਚ ਹੱਥ ਹੋ ਸਕਦਾ, ਜਿਹੜੀ ਆ ਕਰਪਸ਼ਨ ਹੋਈ ਆ। ਅਦਰਵਾਈਜ਼ ਇੰਨੀ ਵੱਡੀ ਕਰਪਸ਼ਨ ਨਹੀਂ ਸੀ ਹੋ ਸਕਦੀ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਦੋਂ ਤੋਂ ਈਵਨ ਪ੍ਰੀ ਪਾਰਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਂਗਰਸ ਕਬਜ਼ਾ ਕਰਨ ਲਈ ਹਮੇਸ਼ਾ ਸੋਚਦੀ ਰਹੀ। ਮੈਨੂੰ ਯਾਦ ਆ ਕਿ ਕਾਂਗਰਸ ਨੇ, ਸੈਂਟਰ ਦੀ ਸਰਕਾਰ ਨੇ ਪ੍ਰਤਾਪ ਸਿੰਘ ਕੈਰੋਂ ਔਰ ਨਹਿਰੂ ਨੇ ਰਲ ਕੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਾਸਟਰ ਤਾਰਾ ਸਿੰਘ ਜੀ ਨੂੰ 4 ਵੋਟਾਂ ਨਾਲ ਹਰਾ ਦਿੱਤਾ ਸੀ। ਔਰ ਉਸ ਤੋਂ ਬਾਅਦ ਜਦੋਂ ਚੋਣ ਹੋਈ, ਇਲੈਕਸ਼ਨ ਚੋਣ ਹੋਈ, 140 ਮੈਂਬਰਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ 137 ਜਿੱਤੇ ਔਰ 3 ਬੰਦੇ ਸੀ ਜਿਹੜੇ ਸਪੋਰਟਡ ਬਾਈ ਕਾਂਗਰਸ, ਉਹ ਜਿੱਤੇ। ਤੇ ਕਿਸੇ ਨੇ ਉਹਨੂੰ ਪੁੱਛਿਆ, ਕਿਸੇ ਨੇ ਉਹਨਾਂ ਨੂੰ ਪੁੱਛਿਆ, ਉਹਨਾਂ ਦੇ ਬੰਦਿਆਂ ਨੂੰ, ਕਹਿਣ ਲੱਗੇ ਜੀ ਉਹ ਸਾਧ ਸੰਗਤ ਉਹਦਾ ਕੀ ਬਣਿਆ ਇਲੈਕਸ਼ਨ ਦਾ, ਸਾਧ ਸੰਗਤ ਵੋਟ ਦਾ ਕੀ ਬਣਿਆ। ਸਾਧ ਸੰਗਤ ਵੋਟ ਦੇ ਨਾਂ ਥੱਲੇ ਉਹ ਇਲੈਕਸ਼ਨ ਲੜੀ ਗਈ ਸੀ। ਕਹਿੰਦੇ ਜੀ ਸਾਧ ਸੰਗਤ ਵੋਟ ਦਾ ਕੀ ਬਣਿਆ। ਕਹਿੰਦੇ ਵੋਟ ਜਿਹੜਾ ਸੀ ਉਹ ਤੇ ਸਾਰ ਰਾਮ ਦਿਆਲ ਸਿੰਘ ਦੇ ਘਰ ਬਾਰੇ ਚ ਰਹਿ ਗਏ, ਤੇ ਜਿਹੜੀ ਸੰਗਤ ਸੀ ਉਹ ਸ਼੍ਰੋਮਣੀ ਅਕਾਲੀ ਦਲ ਸੰਗਤ ਨਾਲ ਸੰਗਤ ਜਾਣ ਵਾਲੀ। ਤੋ ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਮੈਂ ਬਹੁਤ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਵਰਕਰ ਦੇ ਵੀ, ਬਤੌਰ CA ਦੇ ਵੀ ਸੇਵਾ ਕੀਤੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੀ ਬਤੌਰ 1957 ਤੋਂ ਲੈ ਕੇ ਅੱਜ ਤੱਕ ਸੇਵਾ ਕਰਦਾ ਆ ਰਿਹਾ। ਮੈਂ ਸਮਝਣਾ ਕਿ ਕਾਂਗਰਸ ਕਦੇ ਵੀ ਕੰਮ ਪਾਵੇ, ਜਿੰਨੀ ਮਰਜ਼ੀ ਉੱਥੇ ਗੁੰਡਾਗਰਦੀ ਕਰਾ ਲੈ, ਇਹਦਾ ਡਿਸਕ੍ਰੈਡਿਟ ਉਹਨਾਂ ਨੂੰ ਜਾਣਾ ਹੈ, ਕਾਂਗਰਸ ਨੂੰ ਜਾਣਾ ਹੈ ਜਿਹੜੀ ਕਾਂਗਰਸ ਕਰਾ ਰਹੀ ਆ। ਇਸ ਲਈ ਮੈਂ ਸਮਝਦਾ ਕਿ ਜਿਹੜਾ ਕਾਂਗਰਸ ਦਾ ਇਹ ਮਨ ਵਿੱਚ ਖਿਆਲ ਆ ਕਿ ਅਸੀਂ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਏਜੰਟਾਂ ਰਾਹੀਂ ਕਰ ਲਵਾਂਗੇ, ਇਹ ਮੁਮਕਿਨ ਨਹੀਂ, ਇਹ ਹੋ ਨਹੀਂ ਸਕਦਾ। ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਖਾਸ ਕਰਕੇ 2 ਤਰੀਕ ਨੂੰ ਅਸੀਂ ਧਰਨਾ ਦੇ ਰਹੇ ਹਾਂ ਧਰਮ ਸੋਧ ਦੇ ਖਿਲਾਫ, ਕਿਉਂਕਿ ਮੈਂ ਸਮਝਣਾ ਕਿ ਉਹਨੇ ਜਿਹੜਾ ਪੋਸਟ ਗ੍ਰੈਜੂਏਸ਼ਨ ਦਾ ਸਕਾਲਰਸ਼ਿਪ ਸੀ, ਉਹ ਜਿਹੜਾ ਉਹਦੇ 'ਚ ਘਪਲਾ ਕੀਤਾ, ਉਹਦੇ 'ਚੋਂ ਪੈਸੇ ਖਾਧੇ ਸਰਕਾਰ ਨੇ, ਪੰਜਾਬ ਸਰਕਾਰ ਨੇ। ਮੈਂ ਸਮਝਣਾ ਕਿ ਬਹੁਤ ਵੱਡਾ ਪਛੜੇ ਵਰਗ ਦੇ ਲੋਕਾਂ ਨਾਲ, ਸ਼ਡਿਊਲ ਕਾਸਟ ਲੋਕਾਂ ਨਾਲ ਬਹੁਤ ਵੱਡਾ ਧੱਕਾ, ਬਹੁਤ ਵੱਡੀ ਬੇਇਨਸਾਫੀ ਹੋਈ ਹੈ। ਉਹ ਇਸ ਤਰੀਕੇ ਨਾਲ, ਇੱਕ ਤਾਂ ਉਹਨਾਂ ਵਿਚਾਰਿਆਂ ਨੂੰ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਉਹਨਾਂ ਨੂੰ ਵਜ਼ੀਫਾ ਨਹੀਂ ਦਿੱਤਾ, ਟਾਈਮ ਸਿਰ ਵਜ਼ੀਫਾ ਦਿੱਤਾ ਜਾਣਾ ਚਾਹੀਦਾ ਸੀ, ਉਹਨਾਂ ਨੂੰ ਵਜ਼ੀਫਾ ਨਹੀਂ ਦਿੱਤਾ ਗਿਆ ਔਰ ਕਾਲਜਾਂ ਨੂੰ ਫੀਸਾਂ ਨਹੀਂ ਮਿਲੀਆਂ, ਕਾਲਜਾਂ ਨੇ ਡਿਗਰੀਆਂ ਨਹੀਂ ਦਿੱਤੀਆਂ ਉਹਨਾਂ ਨੂੰ, ਤੇ ਅੱਗੇ ਉਹ ਦਾਖਲ ਨਹੀਂ ਕਰ ਰਹੇ ਉਹਨਾਂ ਨੂੰ ਹੁਣ ਨਵੀਆਂ ਡਿਗਰੀਆਂ ਲੈ, ਮਤਲਬ ਜਿੰਨਾ ਹੋਰ ਥਾਵਾਂ ਤੋਂ ਆ ਕੇ ਵੀ ਦਾਖਲ ਹੋਣਾ। ਇਸ ਕਰਕੇ ਮੈਂ ਸਮਝਣਾ ਕਿ ਦੂਸਰਾ ਇਹਦੇ ਨਾਲ ਜਿਹੜਾ ਅਸੀਂ 2 ਤਰੀਕ ਧਰਨਾ ਸ਼ਡਿਊਲ ਕਾਸਟ ਭਾਈਚਾਰਾ ਸਾਰਾ ਹੀ ਦੇਣ ਜਾ ਰਿਹਾ ਹੈ ਧਰਮ ਸੋਧ ਦੀ ਕੋਠੀ ਦੇ ਕੇ, ਭਈ ਇਹਨੂੰ ਡਿਸਮਿਸ ਕਰਕੇ ਇਨਕੁਆਰੀ ਹੋਣੀ ਚਾਹੀਦੀ ਆ ਤਾਂ ਜੋ ਪਛੜੇ ਵਰਗ ਦੇ ਲੋਕ, ਮੈਂ ਸਮਝਣਾ ਇਹਦਾ ਘਾਟਾ ਇੰਨਾ ਪਿਆ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ। ਕਿੰਨੇ ਬੱਚਿਆਂ ਦੀ ਐਜੂਕੇਸ਼ਨ ਤਬਾਹ ਹੋਈ ਹੋਊਗੀ, ਲੱਖਾਂ ਲੋਕਾਂ ਦੀ। ਸ਼ਾਇਦ ਤੁਸੀਂ ਮੇਰੇ ਭਰਾ ਸਿਆਣੇ ਹੋ, ਤੁਸੀਂ ਅੰਦਾਜ਼ਾ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਲਾ ਸਕਦੇ ਹੋ। ਤੋ ਇਸ ਕਰਕੇ ਅਸੀਂ 2 ਤਰੀਕ ਨੂੰ ਧਰਮ ਸੋਧ ਦੀ ਉਹਦੇ ਘਰ ਦਾ ਅਸੀਂ ਘਿਰਾਓ ਕਰਨ ਜਾ ਰਹੇ ਹਾਂ। ਪੰਜਾਬ ਦੇ ਚੀਫ ਮਿਨਿਸਟਰ ਕੋਲੋਂ ਮੰਗ ਕਰ ਰਹੇ ਹਾਂ ਕਿ ਇਹਨੂੰ ਡਿਸਮਿਸ ਕਰਕੇ ਔਰ ਨਾਲ ਹੀ ਇਹਦੇ ਜਿਹੜੀ ਹੈ ਉਹ CBI ਇਨਕੁਆਰੀ ਕੀਤੀ ਜਾਵੇ। ਇਸੇ ਤਰ੍ਹਾਂ ਆਸ਼ੂਤੋਸ਼ ਜੀ ਦੇ ਅਸੀਂ ਕਹਿੰਦੇ ਹਾਂ, ਆਸ਼ੂਤੋਸ਼ ਨਹੀਂ, ਭਾਰਤ ਭੂਸ਼ਣ ਜਿਹੜੇ ਜੇ ਨੇ ਉਹਨਾਂ ਦੇ ਖਿਲਾਫ ਭਾਈ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਦੇਖੋ ਮਤਲਬ ਇਹਨਾਂ ਦਾ ਬਿਆਨ ਬਹੁਤ ਅੱਛਾ ਹੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਰਵਿੰਦਰ ਜਿੰਮੀ ਦੇ ਨਾਲ fox.punjabi, ਈਅਰ ਸਿਟੀ, ਈਅਰ ਨਿਊਜ਼।